रेडियो पंजाब टूडे के फेसबुक पेज ते यूट्यूब चैनल ते आप सब का स्वागत है जी। मैं हाँ दलबीर सिंह बराड़, स्वागत है तुहाडा। अज आले दुआले दे विच पूरे पंजाब दे विच पिछले 2 दिनों तो जो आईलैट्स सेंटर्स के उत्ते छापेमारी की जा रही है, तो उहदा प्रभाव माँ बाप नूं ते विद्यार्थियों नूं जो आईलैट्स या पीटी दे सिलेबस के नाल इस रुझान दे नाल जुड़े हुए आ, इस खेत्र के नाल जुड़े हुए आ, उन्हां दे मापिआं नूं विद्यार्थियों नूं दुविधा है कि असली ते नकली सेंटर दी होण दी पछाण असीं किवें करिए। इस असली नकली आईलैट्स या पीटी सेंटर की पछाण लई साडे कोल सब तो वधिया स्रोतां दे विचों एक स्रोत आ ई स्कूल, जिहड़ा किसी जान पछाण की मोहताज नहीं। उन्हां दे MD रुपिंदर सिंह जी खालसा साडे नाल ने। आओ जानते हैं उन्हां तो कि अज दे समय दे विच आईलैट्स या पीटी सेंटर जो चल रहे हैं वो अज विद्यार्थियों नूं किस तरीके नाल उन्हां दे सुपने नूं साकार करन च सहायक हो रहा है। तो जो ये दुविधा है असली नकली सेंटर की जो छापेमारी नाल स्थिति बनी है उस दे विचों कड्ढण लई रुख करते हैं रुपिंदर होना दा। रुपिंदर सिंह खालसा जी, वाहिगुरू जी का खालसा, वाहिगुरू जी की फतेह जी। वाहिगुरू जी का खालसा, वाहिगुरू जी की फतेह जी। सवाल तुहाडे कोल आ जी, इहदे बारे थोड़ी तफसील दे विच जानकारी जी। सर, एक रूटीन चैकिंग की जा रही है जिहदे विच जे किसी का कोई भी डॉकूमेंट की घाट है तो उस ते उस तरह की बनती कार्रवाई की जा रही है। इस दे विच जो सरकार का पहलू है उसनूं जे आपां पॉजिटिव ढंग नाल देखीए तो ये लाइसेंस 2012 च बने सी, फिर इन्हां च अमेंडमेंट्स होईयां सी 2014 च ते 16 दे विच। ਤਾਂ ਇਹ ਕੋਈ ਆਲਸ ਦਾ ਲਾਇਸੈਂਸ ਇੱਕ ਨਵੀਂ ਚੀਜ਼ ਨਹੀਂ ਹੈ, ਜਾਂ ਜੋ ਟਿਕਟਿੰਗ ਵਾਲੇ ਭਰਾ ਨੇ ਜਾਂ ਕੋਈ ਵੀਜ਼ਾ ਵਾਲਾ ਕੰਸਲਟੈਂਸੀ ਦਾ ਕੰਮ ਕਰਦੇ ਨੇ ਕਿ ਇਹ ਪਹਿਲੀ ਵਾਰੀ ਨਵੀਂ ਚੀਜ਼ ਆਈ ਹੈ। ਔਰ ਬਹੁਤ ਵਾਰੀ ਨੋਟੀਫਿਕੇਸ਼ਨਾਂ ਹਦਾਇਤਾਂ ਸਰਕਾਰ ਵੱਲੋਂ ਅਲੱਗ-ਅਲੱਗ ਮਾਧਿਅਮਾਂ ਰਾਹੀਂ ਦਿੱਤੀਆਂ ਗਈਆਂ ਸੀ ਕਿ ਉਹਦੇ ਵਾਸਤੇ ਆਹ ਕਾਇਦੇ ਕਾਨੂੰਨ ਨੇ। ਔਰ ਉਸ ਤੋਂ ਬਾਅਦ ਬਿਲਕੁਲ ਜਦੋਂ ਕਾਫੀ ਬੰਦਿਆਂ ਦੀਆਂ ਸ਼ਿਕਾਇਤਾਂ ਇਸ ਕੰਮ ਵਾਸਤੇ ਆਉਂਦੀਆਂ ਨੇ, ਤੁਸੀਂ ਦੇਖਿਆ ਹੋਊਗਾ ਕਾਫੀ ਥਾਵਾਂ 'ਤੇ ਧਰਨੇ ਲੱਗਦੇ ਨੇ ਕਿ ਸਾਡੇ ਨਾਲ ਆਹ ਠੱਗੀ ਹੋ ਗਈ, ਸਾਡੇ ਤੋਂ ਏਜੰਟ ਇੰਨੇ ਪੈਸੇ ਲੈ ਕੇ ਭੱਜ ਗਿਆ, ਸਾਡੀ ਆਹ ਜ਼ਮੀਨ ਵਿਕ ਗਈ, ਤਾਂ ਸਾਡੇ ਨਾਲ ਜਾਂ ਸਾਡਾ ਪਾਸਪੋਰਟ ਰੱਖਿਆ ਹੋਇਆ ਹੈ, ਜਾਂ ਸਾਨੂੰ ਵੀਜ਼ੇ ਦਾ ਕਹਿ ਕੇ ਇੰਨੇ ਪੈਸੇ ਸਾਡੇ ਤੋਂ ਲੈ ਲਏ, ਮੋੜ ਨਹੀਂ ਰਹੇ। ਤਾਂ ਜੇ ਉਹ ਸਰਕਾਰ ਉਸ 'ਤੇ ਚੰਗਾ ਕੰਮ ਕਰ ਰਹੀ ਹੈ ਤਾਂ ਆਪਾਂ ਨੂੰ ਸਾਰਿਆਂ ਨੂੰ ਉਹਦਾ ਸਹਿਯੋਗ ਕਰਨਾ ਚਾਹੀਦਾ ਹੈ। ਉਹ ਇਕੱਲਾ ਕੋਈ ਇਸ ਤਰ੍ਹਾਂ ਨਹੀਂ ਹੈ ਵੀ ਜਿਹੜੇ ਕੋਈ ਗਲਤ ਨੇ ਉਹਨਾਂ ਦਾ ਹੀ ਕੁਝ ਚੈਕਿੰਗ ਹੈ। ਕਈ ਬੰਦੇ ਖੁਦ ਸਰੈਂਡਰ ਕਰ ਚੁੱਕੇ ਨੇ ਆਲਸ ਲਾਇਸੈਂਸ ਨੂੰ। ਕੋਈ ਬਾਹਰ ਚਲਾ ਗਿਆ, ਕਿਸੇ ਦੀ ਮੈਰਿਜ ਹੋ ਗਈ, ਕਿਸੇ ਦਾ ਵਰਕ ਪਰਮਿਟ ਲੱਗ ਗਿਆ, ਕਿਸੇ ਦੀ ਕੋਈ ਸਰਕਾਰੀ ਨੌਕਰੀ ਲੱਗ ਗਈ, ਉਹਨੇ ਉਹ ਕੰਮ ਛੱਡ ਦਿੱਤਾ। ਤਾਂ ਇਸ ਤਰ੍ਹਾਂ ਦੇ ਬਥੇਰੇ ਕਾਰਨ ਹੁੰਦੇ ਜਿਸ ਕਰਕੇ ਉਹਨਾਂ ਨੇ ਖੁਦ ਸਰੈਂਡਰ ਵੀ ਕੀਤੇ ਨੇ ਲਾਇਸੈਂਸ। ਔਰ ਕਈ ਜੋ ਗਲਤ ਹੈ ਜਾਂ ਕਾਨੂੰਨ ਦੀ ਕੋਈ ਪਾਲਣਾ ਨਹੀਂ ਕਰਦੇ ਉਹਨਾਂ 'ਤੇ ਉਹ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਕਾਨੂੰਨ ਮੁਤਾਬਕ। ਜੋ ਹਦਾਇਤਾਂ ਦਿੱਤੀਆਂ ਗਈਆਂ ਲਾਇਸੈਂਸ ਬਣਾਉਣ ਵੇਲੇ ਵੀ ਦਿੱਤੀਆਂ ਜਾਂਦੀਆਂ ਨੇ, ਬਾਅਦ 'ਚ ਵੀ ਦਿੱਤੀਆਂ ਜਾਂਦੀਆਂ ਨੇ, ਨੋਟਿਸ ਵੀ ਬਹੁਤ ਕੱਢੇ ਗਏ ਨੇ, ਸੋਸ਼ਲ ਮੀਡੀਆ 'ਤੇ ਵੀ ਉਸ ਨੂੰ ਬਹੁਤ ਜੋ WhatsApp ਦੇ ਗਰੁੱਪ ਬਣੇ ਹੋਏ ਨੇ ਉਹ 'ਤੇ ਦੱਸਿਆ ਗਿਆ। ਦੂਸਰਾ ਪਹਿਲੂ ਇਹਦੇ ਵਿੱਚ ਕੀ ਹੈ ਕਿ ਜੋ ਸਾਡੀਆਂ ਸੰਸਥਾਵਾਂ ਨੇ, ਜਿਸ ਤਰ੍ਹਾਂ ਬਠਿੰਡਾ ਦੀ ਇੱਕ ਆਲਸ ਇਮੀਗ੍ਰੇਸ਼ਨ ਐਸੋਸੀਏਸ਼ਨ ਬਣੀ ਹੋਈ ਹੈ, ਇਸੇ ਤਰ੍ਹਾਂ ਬਰਨਾਲਾ ਦੀ ਹੈ, ਅਬੋਹਰ ਦੀ ਹੈ ਔਰ ਸੰਗਰੂਰ ਦੀ, ਅਬੋਹਰ ਦੀ ਹੈ, ਫਾਜ਼ਿਲਕਾ ਵਾਲੀ ਔਰ ਸੰਗਰੂਰ ਦੀ ਹੈ, ਜਿਹੜੀਆਂ ਮੇਰੀਆਂ 4 ਬ੍ਰਾਂਚਾਂ ਜਿੱਥੇ ਜਿਨ੍ਹਾਂ ਦਾ ਮੈਂ ਹਿੱਸਾ। ਉੱਥੇ ਸਾਰੀਆਂ ਐਸੋਸੀਏਸ਼ਨਾਂ ਵੱਲੋਂ ਇੱਕ ਮੰਗ ਪੱਤਰ DC ਸਾਹਿਬ ਨੂੰ ਬਕਾਇਦਾ ਉਹਨਾਂ ਜੋ ਐਸੋਸੀਏਸ਼ਨਾਂ ਦੇ ਲੈਟਰ ਪੈਡ 'ਤੇ ਵਿਦ ਸਟੈਂਪ ਦਿੱਤੇ ਗਏ ਸੀ ਸਾਰੇ ਐਸੋਸੀਏਸ਼ਨ ਦੇ ਮੈਂਬਰਾਂ ਦੇ ਦਸਤਖਤ ਕਰਾ ਕੇ ਕਿ ਜੋ ਇਲੀਗਲ ਆਇਲਸ ਇੰਸਟੀਚਿਊਟਸ ਨੇ ਜਾਂ ਵੀਜ਼ੇ ਵਾਲੇ ਨੇ ਜਾਂ ਜਿਨ੍ਹਾਂ 'ਤੇ ਕੋਈ ਪਰਚੇ ਦਰਜ ਨੇ ਬਹੁਤ ਜ਼ਿਆਦਾ, ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਜੋ ਸਾਫ਼ ਸੁਥਰਾ ਕੰਮ ਕਰਦੇ ਨੇ ਉਹਨਾਂ ਦੀ ਵੀ ਛਵੀ ਨਾ ਖਰਾਬ ਹੋਵੇ। ਤਾਂ ਉਹ ਤਾਂ ਖੁਦ ਮੰਗ ਕੀਤੀ ਗਈ ਸੀ ਔਰ ਉਸ 'ਤੇ ਜੇ ਹੁਣ ਉਹ ਕਾਰਵਾਈ ਹੋ ਰਹੀ ਹੈ ਤਾਂ ਉਸ ਦੀ ਆਪਾਂ ਨੂੰ ਸ਼ਲਾਘਾ ਕਰਨੀ ਚਾਹੀਦੀ ਹੈ। जी, माँ बाप नूं ये किवें पता लगेगा कि असी महफूज हत्थां दे विच अपना बच्चा जिहड़ा हैगा वो छड्ड रहे हैं, वो नकली असली की पछाण की होगी खालसा जी? ਸਰ, ਉਹਦਾ ਬੜਾ ਹੀ ਸੌਖਾ ਤਰੀਕਾ ਹੈ ਕਿ ਇੱਕ ਤਾਂ ਐਸੋਸੀਏਸ਼ਨਸ ਬਣੀਆਂ ਹੋਈਆਂ ਨੇ, ਇੱਕ ਹਰ ਇੱਕ DC ਸਾਹਿਬ ਨੇ ਆਪਣੀ ਵੈਬਸਾਈਟ ਦੇ ਉੱਪਰ ਬਕਾਇਦਾ ਲਿਸਟ ਜਾਰੀ ਕੀਤੀ ਹੋਈ ਹੈ ਜਿਹਦਾ ਕਿ PDF ਜੋ ਵਰਜਨ ਆ ਉਹ ਡਾਊਨਲੋਡੇਬਲ ਹੈ। ਤੁਸੀਂ ਡਾਊਨਲੋਡ ਕਰਕੇ ਉਹਨੂੰ ਘਰੇ ਰੱਖ ਸਕਦੇ ਹੋ ਜਾਂ ਸੇਵ ਕਰ ਸਕਦੇ ਹੋ ਜਾਂ ਪ੍ਰਿੰਟ ਕੱਢ ਸਕਦੇ ਹੋ। ਤਾਂ ਉਹਦੇ 'ਚ ਤਾਂ ਬੜਾ ਸੌਖਾ ਤਰੀਕਾ ਹੈ। ਤੁਸੀਂ ਚਾਹੇ DC ਬਰਨਾਲਾ ਗੂਗਲ 'ਤੇ ਹੀ ਭਰ ਲਓ, ਚਾਹੇ DC ਬਠਿੰਡਾ ਭਰ ਲਓ, ਚਾਹੇ ਤੁਸੀਂ DC ਫਾਜ਼ਿਲਕਾ ਜਾਂ ਕਿਸੇ ਵੀ ਜ਼ਿਲ੍ਹੇ ਦਾ DC ਭਰ ਲਓ,
ਤੁਸੀਂ ਉਹਦੇ ਵਿੱਚ ਉਹਨੂੰ ਸਰਚ ਕਰੋਗੇ, ਉਹ ਵੈਬਸਾਈਟ ਆ ਜਾਂਦੀ ਹੈ। ਉਹਦੇ ਵਿੱਚ ਬਕਾਇਦਾ ਟਰੈਵਲ ਏਜੰਟਸ ਲਿਸਟ ਦਿੱਤੀ ਹੋਈ ਹੈ ਕਿ ਆਹ ਬੰਦੇ ਆਥੋਰਾਈਜ਼ਡ ਨੇ। ਤਾਂ ਉਹਦੇ ਵਾਸਤੇ ਤਾਂ ਕਿਤੇ ਜਾ ਕੇ ਕੁਝ ਪਤਾ ਕਰਨ ਦੀ ਲੋੜ ਨਹੀਂ, ਤੁਸੀਂ ਆਪਣੇ ਮੋਬਾਈਲ 'ਚੋਂ ਵੀ ਕੱਢ ਸਕਦੇ ਹੋ। ਜੀ, ਅਗਲਾ ਸਵਾਲ ਮੇਰਾ ਇਹੀ ਹੈ ਕਿ ਆਈਲੈਟਸ ਦੇ ਨਾਲ ਪੀਟੀ ਦੇ ਵੱਲ ਵੀ ਜਿਹੜਾ ਰੁਝਾਨ ਆ ਵਿਦਿਆਰਥੀਆਂ ਦਾ, ਉਹ ਕਾਫੀ ਦੇਖਣ ਨੂੰ ਮਿਲ ਰਿਹਾ। ਆਈਲੈਟਸ ਤੇ ਪੀਟੀ ਦੇ ਵਿੱਚ ਫਰਕ ਕੀ ਹੈ ਜੀ? ਕਿਹੋ ਜਿਹਾ ਰੁਝਾਨ ਹੈਗਾ ਤੇ ਭਵਿੱਖ ਦੇ ਵਿੱਚ ਤੁਸੀਂ ਕਿਵੇਂ ਦੇਖਦੇ ਹੋ? ਕਿਹੜੇ ਦੇਸ਼ ਜਿਹੜੇ ਹੈਗੇ ਉਹ ਪੀਟੀ ਨੂੰ ਮਾਨਤਾ ਦੇ ਰਹੇ ਆ ਤੇ ਵਿਦਿਆਰਥੀਆਂ ਨੂੰ ਕੀ ਸਲਾਹ ਦੇਣੀ ਚਾਹੋਗੇ? ਹਾਂਜੀ ਸਰ, ਦੇਖੋ ਆਲਸ ਤੇ ਪੀਟੀ ਦੇ ਵਿੱਚ ਫ਼ਰਕ ਕਈ ਨੇ। ਇੱਕ ਤਾਂ ਇਹ ਨਵਾਂ ਕੋਰਸ ਹੈ, ਉਹ ਪੁਰਾਣਾ ਹੈ, ਔਰ ਇੱਕ ਟਾਈਮਿੰਗ ਦਾ ਫ਼ਰਕ ਹੈ। ਇਹ 2 ਘੰਟਿਆਂ ਦਾ ਪੇਪਰ ਹੈ, ਉਹਨੂੰ 3 ਘੰਟੇ ਅਪਰੋਕਸੀਮੇਟਲੀ ਲੱਗ ਜਾਂਦੇ ਨੇ। ਇਹਦਾ ਰਿਜ਼ਲਟ ਥੋੜ੍ਹਾ ਜਲਦੀ ਆ ਜਾਂਦਾ ਹੈ, ਡੇਟਸ ਵੀ ਜ਼ਿਆਦਾ ਅਵੇਲੇਬਲ ਹੁੰਦੀਆਂ ਨੇ। ਬਟ ਇਹ ਨਵਾਂ ਇੱਕ ਆਪਣੇ ਪੰਜਾਬ ਦੇ ਜਾਂ ਇਹਨਾਂ ਇਲਾਕਿਆਂ ਦੇ ਵਿੱਚ ਇੱਕ ਨਵੀਂ ਚੀਜ਼ ਹੈ, ਔਰ ਉਸ ਦੇ ਵੱਲ ਡੇ ਬਾਏ ਡੇ ਬੱਚਿਆਂ ਦੀ ਗਿਣਤੀ ਵੱਧ ਵੀ ਰਹੀ ਹੈ। ਕਾਫੀ ਬੱਚੇ ਇਸ ਨੂੰ ਕਰਦੇ ਨੇ, ਔਰ ਡੇ ਬਾਏ ਡੇ ਇਸ ਦੀ ਜੋ ਮਾਨਤਾ ਹੈ ਉਹ ਅਲੱਗ-ਅਲੱਗ ਯੂਨੀਵਰਸਿਟੀਜ਼ ਵੱਲੋਂ, ਕਾਲਜਿਸ ਵੱਲੋਂ, ਸਕੂਲਸ ਵੱਲੋਂ, ਜਾਂ ਜੋ ਅੰਬੈਸੀਜ਼ ਹੈ ਜਾਂ ਮੁਲਕ ਹੈ ਕੈਨੇਡਾ ਵੱਲੋਂ, ਆਸਟ੍ਰੇਲੀਆ ਵੱਲੋਂ, ਉਹ ਇਨਕਰੀਜ਼ ਹੋ ਰਹੀ ਹੈ। ਤਾਂ ਇਸ ਕਰਕੇ ਇਹਦੇ ਵੱਲ ਵੀ ਬੱਚਿਆਂ ਦਾ ਰੁਝਾਨ ਜੋ ਹੈ ਡੇ ਬਾਏ ਡੇ, ਜੋ ਕਰਨ ਵਾਲੇ ਬੱਚਿਆਂ ਦੀ ਗਿਣਤੀ ਹੈ ਉਹ ਵੀ ਵੱਧਦੀ ਜਾ ਰਹੀ ਹੈ, ਔਰ ਉਹ ਅਸੀਂ ਵੀ ਕਰਵਾ ਰਹੇ ਹਾਂ। ਔਰ ਬੱਚਿਆਂ ਵਾਸਤੇ ਇਹੀ ਸੁਜੈਸ਼ਨ ਹੈ ਕਿ ਜਦੋਂ ਤੁਸੀਂ ਕਿਸੇ ਵੀ ਕਾਲਜ, ਯੂਨੀਵਰਸਿਟੀ 'ਚ ਜਾਂ ਕਿਸੇ ਵੀ ਕੰਟਰੀ ਦੇ ਵਿੱਚ ਅਪਲਾਈ ਕਰਨਾ ਹੈ, ਤੁਸੀਂ ਜਿਹੜਾ ਵੀ ਤੁਹਾਡਾ ਏਜੰਟ ਤੁਸੀਂ ਡਿਸਾਈਡ ਕੀਤਾ ਹੈ, ਜਾਂ ਤੁਹਾਡਾ ਕੋਈ ਭਰਾ ਭੈਣ ਰਿਸ਼ਤੇਦਾਰ ਗਿਆ ਹੈ ਉਸ ਕਾਲਜ, ਯੂਨੀਵਰਸਿਟੀ ਦੇ ਵਿੱਚ ਜਾਂ ਉਸ ਕੋਰਸ ਦੇ ਵਿੱਚ, ਜਾਂ ਤੁਸੀਂ ਨੈੱਟ 'ਤੇ ਵੀ ਉਸ ਕਾਲਜ, ਯੂਨੀਵਰਸਿਟੀ ਜਾਂ ਉਸ ਕੰਟਰੀ ਦੀਆਂ ਜੋ ਗਾਈਡਲਾਈਨਸ ਹੈ ਜਾਂ ਯੂਨੀਵਰਸਿਟੀ ਦੀ ਪਰਟੀਕੂਲਰ ਵੈਬਸਾਈਟ ਖੋਲ੍ਹ ਕੇ ਕਾਲਜ ਦੀ ਦੇਖ ਸਕਦੇ ਹੋ ਕਿ ਇਹ ਕਿਹੜੇ ਕੋਰਸਿਸ ਨੂੰ ਅਸੈਪਟ ਕਰਦੇ ਆ। ਆਲਸ ਨੂੰ ਕਰਦੇ ਆ, ਪੀਟੀ ਨੂੰ ਕਰਦੇ ਆ, ਟੋਫਲ ਨੂੰ ਕਰਦੇ ਆ, ਜਾਂ ਕਿਸੇ ਹੋਰ ਨੂੰ ਕਰਦੇ ਆ। ਤਾਂ ਉਹ ਤਾਂ ਬੜਾ ਸਰਲ ਤਰੀਕਾ ਹੈ। ਅੱਜ ਕੱਲ੍ਹ ਇੰਟਰਨੈਟ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਂਦੀ ਹੈ, ਤਾਂ ਉਹਦੇ 'ਚ ਕੋਈ ਕਨਫਿਊਜ਼ਨ ਵਾਲੀ ਗੱਲ ਨਹੀਂ ਹੈ। ਵੈਸੇ ਮੈਕਸੀਮਮ ਇਹ ਹੋ ਗਿਆ ਹੈ ਕਿ ਆਲਸ, ਟੋਫਲ ਜਾਂ ਪੀਟੀ, ਇਹਨਾਂ 'ਚੋਂ ਕੋਈ ਵੀ ਕੀਤਾ ਹੋਵੇ 99% ਥਾਵਾਂ 'ਤੇ ਉਹ ਤੁਹਾਡਾ ਕੰਮ ਉਹ ਚੱਲ ਜਾਂਦਾ। ਕੋਈ ਬੜਾ ਰੇਅਰ ਜਿਹੀਆਂ ਅੱਜ ਕੱਲ੍ਹ ਚੀਜ਼ਾਂ ਰਹਿ ਗਈਆਂ ਨੇ ਕਿ ਜਿੱਥੇ ਸਿਰਫ ਹੀ ਟੋਫਲ ਜਾਂ ਸਿਰਫ ਹੀ ਆਲਸ ਜਾਂ ਸਿਰਫ ਹੀ ਪੀਟੀ ਹੋਵੇ, ਕਿਉਂਕਿ ਕਾਲਜਿਸ ਨੂੰ ਐਡਮਿਸ਼ਨਸ ਚਾਹੀਦੀਆਂ ਹੁੰਦੀਆਂ ਨੇ। ਉਹ ਪ੍ਰਾਈਵੇਟ ਜਾਂ ਸਰਕਾਰੀ ਸੰਸਥਾਵਾਂ ਹੋਣ, ਉਹ ਫੀਸ ਦੇ ਨਾਲ ਹੀ ਚੱਲਦੀਆਂ ਨੇ, ਤਾਂ ਉਹਨਾਂ ਦਾ ਕੋਈ ਬਹੁਤਾ ਫੋਕਸ ਇਸ ਚੀਜ਼ 'ਤੇ ਨਹੀਂ ਹੁੰਦਾ। ਇਹ ਐਮਬੈਸੀਜ਼ ਵੱਲੋਂ ਲਗਾਇਆ ਗਿਆ ਇੱਕ ਤਰ੍ਹਾਂ ਦਾ ਕਾਇਦਾ ਕਾਨੂੰਨ ਹੈ ਕਿ ਉਹ ਬੱਚੇ ਦਾ ਇੰਗਲਿਸ਼ ਦਾ ਲੈਵਲ ਓਨਾ ਕੁ ਹੋਣਾ ਚਾਹੀਦਾ ਕਿ ਉਹ ਇੰਗਲਿਸ਼ ਸਪੀਕਿੰਗ ਕੰਟਰੀ ਦੇ ਵਿੱਚ ਜਾ ਕੇ ਪੜ੍ਹ ਸਕੇ, ਸਰਵਾਈਵ ਕਰ ਸਕੇ, ਜੌਬ ਕਰ ਸਕੇ। ਆਈਲੈਟਸ ਪੀਟੀ ਦੇ ਵਿੱਚ ਇੱਕ ਹੋਰ ਰੁਝਾਨ ਖਾਲਸਾ ਜੀ ਦੇਖਣ ਨੂੰ ਮਿਲਿਆ ਕਿ ਮੇਰੇ ਹੀ ਕਿਸੇ ਰਿਸ਼ਤੇਦਾਰ ਦਾ ਬੱਚਾ ਮਾਂ-ਬਾਪ ਨੂੰ ਇਹ ਇਨਸਿਸਟ ਕਰਦਾ, ਫੋਕਸ ਉਹਨਾਂ ਦਾ ਦਵਾਉਂਦਾ, ਪ੍ਰੈਸ਼ਰ ਕਰਦਾ ਕਿ ਮੈਂ ਪੰਜਾਬ ਦੇ ਵਿੱਚ ਪੇਪਰ ਨਹੀਂ ਦੇਣਾਗਾ, ਮੈਂ ਰਾਜਸਥਾਨ ਦੇ ਕਿਸੇ ਸੈਂਟਰ ਦੇ ਵਿੱਚ ਜਾ ਕੇ ਪੇਪਰ ਦੇਵਾਂਗਾ ਤੇ ਮੈਂ ਉੱਥੋਂ ਕਲੀਅਰ ਹੋ ਸਕਦਾ। ਇਹ ਵੀ ਦੱਸੋ ਕਿ ਇਹ ਜਿਹੜਾ ਪੇਪਰ ਆਉਂਦਾ ਗਾ ਆਈਲੈਟਸ ਦਾ ਜਿਹੜਾ ਹੈਗਾ, ਇਹ ਸਾਰੇ ਇੰਡੀਆ ਦੇ ਵਿੱਚ ਜਿੱਥੇ ਵੀ ਵਿਦਿਆਰਥੀ ਦਿੰਦਾ, ਤਾਂ ਇਹ ਉਹਦੀ ਕੋਈ ਸਪੈਸ਼ਲਾਈਜੇਸ਼ਨ ਹੈ ਰਾਜਸਥਾਨ ਦੀ, ਜਾਂ ਸਿਰਫ ਇੱਕ ਭਰਮ ਹੀ ਹੈ? ਪੇਪਰ ਦੀ ਅਸਲੀਅਤ ਕੀ ਹੈ ਜੀ? ਹਾਂਜੀ ਸਰ, ਇਹਦੇ ਵਾਸਤੇ ਮੈਂ ਤੁਹਾਨੂੰ ਇੱਕ ਓਫੀਸ਼ੀਅਲ ਕੈਲੰਡਰ ਦਿਖਾਉਣਾ ਚਾਹਾਂਗਾ। ਕੈਮਰਾਮੈਨ ਜੀ ਨੂੰ ਬੇਨਤੀ ਹੈ ਕਿ ਇਹਨਾਂ ਵੱਲ ਥੋੜ੍ਹਾ ਜਿਹਾ ਕੈਮਰਾ ਕੀਤਾ ਜਾਵੇ। ਇਹਦੇ ਵਿੱਚ ਜੁਲਾਈ ਦੀਆਂ ਡੇਟਸ ਨੂੰ ਸਰਕਲ ਕੀਤਾ ਗਿਆ ਹੈ ਰੈੱਡ ਤੇ ਬਰਾਊਨ ਕਲਰ ਦੇ ਵਿੱਚ, ਜਿਸ ਦੇ ਵਿੱਚ 6 ਜੁਲਾਈ, 15 ਜੁਲਾਈ, 22 ਜੁਲਾਈ ਤੇ 29 ਜੁਲਾਈ। ਇਸ ਤਰ੍ਹਾਂ ਆਲਸ ਦਾ ਪੂਰੇ ਸਾਲ ਦਾ ਇੱਕ ਕੈਲੰਡਰ ਬਣ ਕੇ ਐਡਵਾਂਸ ਦੇ ਵਿੱਚ ਆ ਜਾਂਦਾ ਜਨਵਰੀ ਦੇ ਵਿੱਚ ਹੀ ਜਾਂ ਦਸੰਬਰ ਐਂਡ ਤੇ, ਕਿ ਪੂਰੇ ਇੰਡੀਆ 'ਚ ਇਹਨਾਂ ਡੇਟਾਂ ਨੂੰ ਪੇਪਰ ਹੋਣਾ। ਇੱਕੋ ਟਾਈਮ 'ਤੇ ਪੇਪਰ ਸ਼ੁਰੂ ਹੁੰਦਾ, ਇੱਕੋ ਟਾਈਮ 'ਤੇ ਖਤਮ ਹੁੰਦਾ, ਇੱਕੋ ਕੁਐਸਚਨ ਹੁੰਦੇ ਆ, ਇੱਕੋ ਆਨਸਰ ਹੁੰਦੇ ਆ, ਇੱਕੋ ਐਗਜ਼ਾਮੀਨੇਸ਼ਨ ਫੀਸ ਹੈ, ਇੱਕੋ ਦਿਨ ਰਿਜ਼ਲਟ ਆਉਂਦਾ, ਔਰ ਇਹਦੇ ਵਿੱਚ 0.1% ਵੀ ਡਿਫਰੈਂਸ ਨਹੀਂ ਹੈ। ਹੋ ਕੀ ਰਿਹਾ ਕਿ ਜੇ ਕਿਸੇ ਮੇਰੇ ਬੱਚੇ ਦੇ 9 ਬੈਂਡ ਆ ਗਏ ਬਰਨਾਲੇ ਤੋਂ, ਉਹਨੇ ਕਹਿਣਾ ਬਰਨਾਲੇ ਵਾਲਾ ਸੈਂਟਰ ਬੜਾ ਵਧੀਆ। ਕਿਸੇ ਦੇ ਰਹਿ ਗਏ 6 ਬੈਂਡ ਬਰਨਾਲੇ ਤੋਂ ਜਾਂ 5 ਰਹਿ ਗਏ, ਉਹਨੇ ਕਹਿਣਾ ਬਰਨਾਲੇ ਵਾਲਾ ਸੈਂਟਰ ਬਹੁਤ ਮਾੜਾ, ਆਪਾਂ ਜੀ ਬਠਿੰਡੇ ਪੇਪਰ ਦੇਵਾਂਗੇ। ਤਾਂ ਉਹ ਇੱਕ ਹਿਊਮਨ ਨੇਚਰ ਹੈ ਕਿ ਜਿਹੜੇ 90 ਜਾਂ 95% ਵਾਲੇ ਬੱਚੇ ਹੁੰਦੇ ਆ, ਉਹਨਾਂ ਨੂੰ ਆਪਦਾ ਸਕੂਲ ਜ਼ਿਆਦਾ ਵਧੀਆ ਲੱਗਦਾ ਹੁੰਦਾ। ਜਿਹੜੇ ਥੋੜ੍ਹੇ ਘੱਟ ਨੰਬਰ ਵਾਲੇ ਹੁੰਦੇ ਆ, ਕੰਪਾਰਟਮੈਂਟ ਵਾਲੇ, ਜਾਂ ਜਿਨ੍ਹਾਂ ਨੂੰ ਟੀਚਰ ਮਾੜਾ ਮੋਟਾ ਕੁੱਟਮਾਰ ਕਰਦੇ ਆ, ਝਿੜਕਦੇ ਆ, ਉਹਨਾਂ ਨੂੰ ਉਹ ਟੀਚਰ ਅਤੇ ਸਕੂਲ ਵਧੀਆ ਨਹੀਂ ਲੱਗਦਾ ਹੁੰਦਾ। ਤਾਂ ਇਸ ਕਰਕੇ ਓਫੀਸ਼ੀਅਲ ਚੀਜ਼ ਹੈ। ਪੂਰੇ ਹਿੰਦੁਸਤਾਨ ਦੇ ਵਿੱਚ ਇੱਕੋ ਸਮੇਂ 'ਤੇ ਪੇਪਰ ਸ਼ੁਰੂ ਹੁੰਦਾ, ਮੈਂ ਦੁਬਾਰਾ ਦੱਸਣਾ ਚਾਹਾਂਗਾ, ਇੱਕੋ ਸਮੇਂ 'ਤੇ ਖਤਮ ਹੁੰਦਾ, ਇੱਕੋ ਟੈਸਟ ਡੇਟ ਹੁੰਦੀ ਹੈ, ਇੱਕੋ ਫੀਸ ਹੈ, ਇੱਕੋ ਦਿਨ ਰਿਜ਼ਲਟ ਆਉਂਦਾ, ਇੱਕੋ ਕੁਐਸਚਨ ਹੁੰਦੇ ਆ, ਇੱਕੋ ਆਨਸਰ ਹੁੰਦੇ ਆ।
ਕੋਈ ਫਰਕ ਨਹੀਂ ਹੈ, ਕਿਤੇ ਵੀ ਪੇਪਰ ਦੇ ਲਓ, ਜੋ ਤੁਹਾਡੀ ਮਿਹਨਤ ਹੈ, ਜੋ ਤੁਹਾਡੀ ਤਿਆਰੀ ਹੈ, ਉਹਦੇ ਨਾਲ ਨੰਬਰ ਆਉਣੇ। ਔਰ ਵਿਦਿਆਰਥੀ ਤੇ ਉਹਨਾਂ ਦੇ ਮਾਪਿਆਂ ਨੂੰ ਅਪੀਲ ਹੈ ਕਿ ਤੁਸੀਂ ਅਫਵਾਹਾਂ ਦੇ ਵਿੱਚ ਨਾ ਜਾਓ, ਬੱਚੇ ਦੀ ਪੜ੍ਹਾਈ ਤੇ ਫੋਕਸ ਕਰੋ, ਬੱਚਿਆਂ ਨੂੰ ਵੀ ਉਹ ਪੜ੍ਹਾਈ ਤੇ ਉਹਨਾਂ ਦਾ ਧਿਆਨ ਦਿਵਾਓ। ਵਧੀਆ ਤਿਆਰੀ ਹੋਏਗੀ, ਤੁਸੀਂ ਕਿਤੇ ਵੀ ਪੇਪਰ ਦੇ ਲਓ, ਤੁਹਾਡੇ ਬਹੁਤ ਵਧੀਆ ਨੰਬਰ ਆ ਜਾਣਗੇ। ਜੀ ਖਾਲਸਾ ਜੀ, ਇਹ ਬਿਲਕੁਲ ਲੁੱਟ ਤੋਂ ਬਚਣ ਲਈ ਤੁਸੀਂ ਬੜਾ ਜਿਹੜਾ ਪਾਰਦਰਸ਼ ਤਰੀਕਾ ਜਿਹੜਾ ਹੈਗਾ ਉਹ ਸਾਡੇ ਸਰੋਤਿਆਂ ਨੂੰ ਦੱਸਿਆ, ਦਰਸ਼ਕਾਂ ਨੂੰ ਦੱਸਿਆ। ਅਗਲੀ ਗੱਲ ਜਿਹੜੀ ਆਉਂਦੀ ਹੈ, ਵਿਦਿਆਰਥੀ ਇੱਥੋਂ ਤੁਹਾਡੇ ਤੋਂ ਵਧੀਆ ਆਈਲੈਟਸ ਬੈਂਡ ਲੈ ਕੇ ਕਿਸੇ ਵੀ ਰਾਜ ਦੇ ਵਿੱਚ ਜਾ ਰਹੇ ਆ, ਕੰਟਰੀ ਦੇ ਵਿੱਚ ਜਾ ਰਹੇ ਆ, ਬਾਹਰ ਜਿੱਥੇ ਰਹਿੰਦੇ ਆ, ਉਹ ਕੈਨੇਡਾ ਹੈਗਾ, ਆਸਟ੍ਰੇਲੀਆ ਹੈਗਾ। ਪਹਿਲੀ ਮੰਗ ਉਹਨਾਂ ਦੀ ਜਿਹੜੀ ਹੈਗੀ ਆ ਮਨ ਦੇ ਵਿੱਚ ਇਹੀ ਹੁੰਦੀ ਹੈ ਕੈਨੇਡਾ ਜਾਂ ਆਸਟ੍ਰੇਲੀਆ ਜਾਣਾ। ਹੁਣ ਉੱਥੇ ਜਿਹੜੇ ਸੋਸ਼ਲ ਮੀਡੀਆ 'ਤੇ ਪ੍ਰਚਾਰ ਹੋ ਰਿਹਾ ਜਾਂ ਖਬਰਾਂ ਆ ਰਹੀਆਂ ਨੇ ਕਿ ਇਹਨਾਂ ਨੂੰ ਰੁਜ਼ਗਾਰ ਹੀ ਨਹੀਂ ਮਿਲਦਾ, ਉੱਥੇ ਬੇਰੁਜ਼ਗਾਰੀ ਜਿਹੜੀ ਹੈਗੀ ਆ ਆਪਣੇ ਵਿਦਿਆਰਥੀਆਂ ਦੇ ਜਿਹੜੇ ਇੱਥੋਂ ਜਾ ਰਿਹਾ ਉਹ ਭਾਰੂ ਹੋ ਜਾਂਦੀ ਹੈ ਅਤੇ ਬੜੀਆਂ ਜਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ। ਇਹੋ ਜਿਹੇ ਵਿਦਿਆਰਥੀਆਂ ਨੂੰ, ਉਹਨਾਂ ਦੇ ਮਾਪਿਆਂ ਨੂੰ ਕਿਹੜੇ ਤੁਸੀਂ ਗੁਰ ਦਿਓਗੇ ਜਿਹਦੇ ਤੋਂ ਉਹ ਉਸ ਬੇਰੁਜ਼ਗਾਰੀ ਦਾ ਸ਼ਿਕਾਰ ਨਾ ਹੋਣ, ਉੱਥੇ ਜਾ ਕੇ ਉਹਨਾਂ ਨੂੰ ਰੁਜ਼ਗਾਰ ਜਿਹੜਾ ਹੈਗਾ ਉਹ ਪ੍ਰਾਪਤ ਹੋ ਜੇ? ਇਹਦੇ ਲਈ ਕੀ ਕਹਿਣਾ ਚਾਹੋਗੇ, ਕਿਹੜੇ ਟਿਪਸ ਨੇ? ਹਾਂਜੀ ਸਰ, ਪਹਿਲਾਂ ਤਾਂ ਆਪਾਂ ਜੋ ਵੀਜ਼ਾ ਲਗਵਾਉਂਦੇ ਹਾਂ ਉਹ ਸਟੂਡੈਂਟ ਵੀਜ਼ਾ ਹੁੰਦਾ। ਆਪਾਂ ਐਫੀਡੇਵਿਟ ਵੀ ਦਿੰਦੇ ਹਾਂ, ਬਕਾਇਦਾ ਡੈਕਲੇਰੇਸ਼ਨ ਸਾਈਨ ਕਰਦੇ ਹਾਂ ਕਿ ਅਸੀਂ ਪੜ੍ਹਨ ਚੱਲੇ ਹਾਂ ਔਰ ਐਜ ਏ ਸਟੂਡੈਂਟ ਅਸੀਂ ਪੜ੍ਹ ਕੇ ਵਾਪਸ ਆਉਣਾ ਹੈ। ਤਾਂ ਲੀਗਲ ਤੌਰ 'ਤੇ ਆਪਾਂ ਉਹਨਾਂ ਤੋਂ ਜ਼ਿਆਦਾ ਰੁਜ਼ਗਾਰ ਦੀ ਜਾਂ ਕੋਈ ਅਨਐਮਪਲੋਇਮੈਂਟ ਭੱਤੇ ਦੀ ਜਾਂ ਕਿਸੇ ਚੀਜ਼ ਦੀ, ਜਾਂ ਉਹ 'ਤੇ ਲਿਖਿਆ ਹੁੰਦਾ ਨੋ ਰੈਸਕਿਊ ਟੂ ਪਬਲਿਕ ਫੰਡਸ, ਕਿ ਉਹਨੂੰ ਤੁਸੀਂ ਉਹਦੇ 'ਤੇ ਕਲੇਮ ਨਹੀਂ ਲੈ ਸਕਦੇ। ਤੁਹਾਨੂੰ 20 ਘੰਟਿਆਂ ਦੀ ਪਰਮਿਸ਼ਨ ਹੁੰਦੀ ਹੈ ਕੰਮ ਕਰਨ ਦੀ, 20 ਘੰਟੇ ਦਾ ਵਰਕ ਪਰਮਿਟ ਨਹੀਂ ਹੁੰਦਾ ਗਾ, ਪਰਮਿਸ਼ਨ ਹੁੰਦੀ ਹੈ, ਕੰਮ ਤੁਸੀਂ ਖੁਦ ਲੱਭਣਾ ਹੁੰਦਾ। ਦੂਸਰੀ ਗੱਲ ਕਿ ਕੰਮ ਦੀ ਸਥਿਤੀ ਹਰੇਕ ਮੁਲਕ ਦੇ ਵਿੱਚ ਸਮੇਂ-ਸਮੇਂ ਦੇ ਨਾਲ ਬਦਲਦੀ ਰਹਿੰਦੀ ਹੈ, ਵੱਧਦੀ ਘਟਦੀ ਰਹਿੰਦੀ ਹੈ। ਕਈ ਵਾਰੀ ਡਿਮਾਂਡ ਜ਼ਿਆਦਾ ਹੁੰਦੀ ਹੈ, ਕਈ ਵਾਰੀ ਡਿਮਾਂਡ ਘੱਟ ਹੁੰਦੀ ਹੈ। ਤਾਂ ਉਸ ਕਰਕੇ ਮੇਰਾ ਤੁਹਾਨੂੰ ਸਾਰਿਆਂ ਨੂੰ ਸੁਜੈਸ਼ਨ ਇਹ ਹੈ ਕਿ ਜਿੱਥੇ ਦੋ ਪਰਪਸ ਹੁੰਦੇ ਆ ਬੱਚੇ ਦੇ, ਆਮ ਤੌਰ 'ਤੇ ਜ਼ਿਆਦਾਤਰ ਤਾਂ 99.9% ਬੱਚੇ ਜਾਂਦੇ ਆ ਕਿ ਅਸੀਂ PR ਲੈਣੀ ਹੈ, ਕਿ ਅਸੀਂ ਬਾਹਰ ਜਾ ਕੇ ਪੱਕੇ ਹੋਣਾ, ਔਰ ਸਟੂਡੈਂਟ ਵੀਜ਼ਾ ਇੱਕ ਰਾਹ ਬਣ ਜਾਂਦਾ ਉਹਨਾਂ ਵਾਸਤੇ। ਤਾਂ ਉਸ ਦੇ ਵਿੱਚ ਤੁਸੀਂ ਥੋੜ੍ਹਾ ਜਿਹਾ ਇਸ ਢੰਗ ਨਾਲ ਸੋਚ ਕੇ ਚੱਲਿਆ ਕਰੋ ਕਿ PR ਵੀ ਹੋਵੇ, ਨਾਲ ਤੁਹਾਡਾ ਕੋਈ ਨਾ ਕੋਈ ਨੋਨ ਹੋਵੇ, ਜਿਹੜਾ ਕਿ ਤੁਹਾਡਾ ਬਲੱਡ ਰਿਲੇਸ਼ਨ 'ਚੋਂ ਜਾਂ ਖਾਸ ਦੋਸਤ ਜਾਂ ਰਿਲੇਟਿਵ ਹੋਵੇ, ਜਿਹੜਾ ਕਿ ਉੱਥੇ ਗਿਆਨ ਨੂੰ ਤੁਹਾਨੂੰ ਕੋਈ ਔਖੇ ਸਮੇਂ 'ਚ ਜਾਂ ਕੋਈ ਸਿਹਤ ਨਹੀਂ ਕਈ ਵਾਰੀ ਢਿੱਲੀ ਹੁੰਦੀ ਹੈ, ਜਾਂ ਕਈ ਵਾਰੀ ਕੋਈ ਹੋਰ, ਜਿਸ ਤਰ੍ਹਾਂ ਕਰੋਨਾ ਆ ਗਿਆ ਸੀ ਪਿੱਛੇ ਜੇ, ਜਾਂ ਕਈ ਵਾਰੀ ਜੌਬ ਨਹੀਂ ਮਿਲੀ ਕਿਤੇ 10 ਦਿਨ, ਤਾਂ ਇਹ ਨਹੀਂ ਹੈ ਵੀ ਤੁਹਾਡੇ ਕੋਲੇ ਉੱਥੇ ਪੋਕਟ ਮਨੀ ਫਿਰ ਤੁਸੀਂ ਇੰਡੀਆ ਤੋਂ ਜਾਂ ਇੱਥੋਂ ਟਰਾਂਸਫਰ ਕਰਾਉਣਾ ਸ਼ੁਰੂ ਕਰ ਦਿਓ। ਤਾਂ ਥੋੜ੍ਹਾ ਜਿਹਾ ਬੱਚਿਆਂ ਵਾਸਤੇ, ਇਹ ਪੇਰੈਂਟਸ ਵਾਸਤੇ ਵੀ ਇਹ ਇੱਕ ਤਰ੍ਹਾਂ ਦੀ ਉਹਨੂੰ ਰਿਕੁਐਸਟ ਹੈ ਕਿ ਇੰਨੀ ਦੂਰ ਤੁਸੀਂ ਆਪਣੇ ਬੱਚੇ ਨੂੰ ਭੇਜਣਾ ਹੈ ਜਿੱਥੇ ਤੁਹਾਨੂੰ ਕੋਈ 2-4 ਬੰਦੇ ਜਾਣਦੇ ਨੇ, ਜਿੱਥੇ ਤੁਹਾਡੇ ਕੋਲ ਰਿਲੇਸ਼ਨ ਵਾਲੇ ਬੰਦੇ ਹੈਗੇ ਜੋ ਕਿ ਐਮਰਜੈਂਸੀ ਔਖੇ ਟਾਈਮ 'ਤੇ ਤੁਹਾਡੇ ਕੰਮ ਆ ਸਕਣ। ਉੱਥੇ ਜਾਣ ਦਾ ਜਾਂ ਉਹਦੇ ਨੇੜੇ ਤੇੜੇ ਕਾਲਜ ਯੂਨੀਵਰਸਿਟੀ ਲੈਣ ਦਾ ਜਾਂ ਉਹਨਾਂ ਦੇ ਨੇੜੇ ਤੇੜੇ ਕੋਈ ਕਿਰਾਏ 'ਤੇ ਕਮਰਾ ਲੈਣ ਦਾ ਜ਼ਿਆਦਾ ਬੈਨੀਫਿਟ ਹੁੰਦਾ। ਕਿਉਂਕਿ ਮੈਂ ਖੁਦ ਸਟੂਡੈਂਟ ਵੀਜ਼ੇ 'ਤੇ 2006 'ਚ ਇੰਗਲੈਂਡ ਗਿਆ ਸੀ, ਮੈਂ ਮਾਸਟਰ ਡਿਗਰੀ ਕਰਨ ਗਿਆ ਸੀ ਉੱਥੇ, ਹੋਰ ਮੈਂ ਬਹੁਤ ਮੁਲਕਾਂ ਦੇ ਵਿੱਚ ਗਿਆ। ਤਾਂ ਮੈਂ ਇਹ ਚੀਜ਼ਾਂ ਪ੍ਰੈਕਟੀਕਲੀ ਦੇਖੀਆਂ ਹੋਈਆਂ, ਸਿਰਫ ਇਹ ਮੈਂ ਸੋਸ਼ਲ ਮੀਡੀਆ ਜਾਂ ਨਿਊਜ਼ ਚੈਨਲ ਤੋਂ ਸੁਣ ਕੇ ਨਹੀਂ ਦੱਸ ਰਿਹਾ। ਮੇਰਾ ਹੁਣ ਤੱਕ 35-36 ਮੁਲਕਾਂ ਦਾ ਵੀਜ਼ਾ ਲੱਗਿਆ ਹੈ, ਔਰ ਜ਼ਿਆਦਾਤਰ ਹਮੇਸ਼ਾ ਬੱਚੇ ਨੂੰ ਉਸ ਥਾਂ 'ਤੇ ਬੈਨੀਫਿਟ ਰਹਿੰਦਾ ਜਿੱਥੇ ਉਹਦਾ ਕੋਈ ਨਾ ਕੋਈ ਨੋਨ ਪਰਸਨ ਹੈਗਾ, ਉੱਥੇ ਉਹਨੂੰ ਭੇਜਣ ਦਾ ਜਾਂ ਉੱਥੇ ਰੱਖਣ ਦਾ, ਕਿਉਂਕਿ ਉਹ ਕੰਮ 'ਚ ਵੀ ਹੈਲਪ ਕਰਾਉਂਦਾ, ਹੋਰ ਬਥੇਰੀਆਂ ਚੀਜ਼ਾਂ 'ਚ ਹੈਲਪ ਕਰ ਦਿੰਦਾ। ਇੱਕ ਪਰਸਨਲ ਜਿਹਾ ਸਵਾਲ ਆ, ਮਤਲਬ ਜਿਹੜਾ ਮੈਂ ਕਰਨਾ ਚਾਹੁੰਦਾ ਤੁਹਾਨੂੰ, ਕਿ ਤੁਹਾਡੀ ਜਿਹੜੀ ਦਿੱਖ ਆ ਖਾਲਸਾਈ ਸ਼ਾਨ ਦੇ ਵਿੱਚ, ਖਾਲਸਾ ਜੀ ਤੁਸੀਂ ਬੈਠੇ ਹੋ ਪਿੱਛੇ, ਤੀਰ ਵਾਲੇ ਬਾਬੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਹੋਰਾਂ ਦੀ ਤਸਵੀਰ ਸੁਸ਼ੋਭਿਤ ਆ, ਦਰਬਾਰ ਸਾਹਿਬ ਦੀ ਤਸਵੀਰ ਦੇ ਨਾਲ। ਤੁਹਾਡੇ ਵਪਾਰ ਦੇ ਉੱਤੇ ਜਾਂ ਵਿਦਿਆਰਥੀਆਂ ਦੇ ਉੱਤੇ ਹਾਰਡ ਲਾਈਨਰਸ਼ਿਪ ਦੀ ਕੋਈ ਨੈਗੇਟਿਵ ਜਿਹੜੀ ਹੈਗੀ ਹੈ, ਉਹ ਨੈਗੇਟਿਵਿਟੀ ਤਾਂ ਨਹੀਂ ਅੱਗੇ ਜਾਂਦੀ? ਤੁਹਾਡਾ ਵਪਾਰ ਤਾਂ ਨਹੀਂ ਇਹਦੇ ਨਾਲ ਪ੍ਰਭਾਵਿਤ ਹੁੰਦਾ? ਜੋ ਤੁਹਾਡੀ ਦਿੱਖ ਹੈਗੀ ਆ ਜਾਂ ਪਿੱਛੇ ਸੰਤਾਂ ਦੀ ਜਿਹੜੀ ਦਿੱਖ ਹੈਗੀ ਆ, ਤੁਹਾਡੇ ਨਾਲ ਜੋੜ ਕੇ ਜਦੋਂ ਦੇਖਦੇ ਆ ਤਾਂ ਮਾਪੇ ਜਾਂ ਕੋਈ ਸਮਾਜ ਦੇ ਵਿੱਚ ਇੱਦਾਂ ਦੀ ਪਛਾਣ ਨੂੰ ਕਈ ਵਾਰੀ ਨੈਗੇਟਿਵਿਟੀ ਜਿਹੜੀ ਘੇਰ ਲੈਂਦੀ ਆ। ਤੁਸੀਂ ਇਹਦੇ ਬਾਰੇ ਦਿਲੋਂ ਕੀ ਵਿਚਾਰ ਰੱਖਦੇ ਹੋ? ਸਰ, ਦਿਲੋਂ ਮੈਂ ਨਾ ਪਿੱਛੇ ਇੱਕ ਫੰਕਸ਼ਨ 'ਤੇ ਗਿਆ ਸੀ ਜਿੱਥੇ ਮੈਨੂੰ ਚੀਫ ਗੈਸਟ ਬਣਾਇਆ ਗਿਆ ਸੀ, ਜਿੱਥੇ ਜੈਨ ਧਰਮ ਦੇ ਲੋਕ ਸੀ, ਹਿੰਦੂ ਧਰਮ ਦੇ ਵੀ ਸੀਗੇ, ਕੁਝ ਸਿੱਖ ਧਰਮ ਦੇ ਬੱਚੇ ਵੀ ਸੀਗੇ, ਕਿ NGO ਵੱਲੋਂ ਫੰਕਸ਼ਨ ਸੀ। ਤਾਂ ਜੇ ਸਾਡੇ ਦਿਲ 'ਚ ਇੱਦਾਂ ਦਾ ਕੁਝ ਹੋਵੇ ਤਾਂ ਅਸੀਂ ਉਸ ਤਰ੍ਹਾਂ ਦੇ ਫੰਕਸ਼ਨਾਂ 'ਚ ਕਿਉਂ ਜਾਵਾਂਗੇ, ਔਰ ਸਾਨੂੰ ਕੋਈ ਚੀਫ ਗੈਸਟ ਕਿਉਂ ਬਣਾਊਗਾ ਜਿਹੜਾ ਕਿ ਦੂਸਰੇ ਧਰਮਾਂ ਦਾ ਫੰਕਸ਼ਨ ਹੈ। ਯਾਨੀ ਕਿ ਜੇ ਇੱਕ ਬੰਦੇ ਨੂੰ ਦੂਸਰੇ ਧਰਮ ਵਾਲੇ ਬੰਦੇ ਆ ਕੇ ਚੀਫ ਗੈਸਟ ਬਣਾ ਰਹੇ, ਉਹਨੂੰ ਉੱਥੇ ਸਨਮਾਨਿਤ ਕਰ ਰਹੇ ਆ, ਤਾਂ ਇਹਦਾ ਮਤਲਬ ਉਹ ਹਾਰਡ ਲਾਈਨਰਸ਼ਿਪ ਵਾਸਤੇ ਅਸੀਂ ਨਹੀਂ ਕੰਮ ਕਰਦੇ ਜਾਂ ਅਸੀਂ ਉਸ ਬਾਰੇ ਨਹੀਂ ਸੋਚਦੇ। ਇਹਦੇ ਵਿੱਚ ਅਸੀਂ ਅੰਮ੍ਰਿਤਧਾਰੀ ਸਿੱਖਾਂ ਨੂੰ 50% ਫੀਸ ਕੀਤੀ ਹੋਈ ਹੈ। ਅਸੀਂ ਆਪਦੇ ਧਰਮ ਦੀ ਇੱਜ਼ਤ ਕਰਦੇ ਹਾਂ,
ਅਸੀਂ ਆਪਦੇ ਧਰਮ ਦਾ ਪ੍ਰਚਾਰ ਕਰਦੇ ਹਾਂ ਔਰ ਅਸੀਂ ਚਾਹੁੰਦੇ ਹਾਂ ਅਸੀਂ ਤੁਹਾਡੇ ਧਰਮ ਦੀ ਵੀ ਇੱਜ਼ਤ ਕਰਦੇ ਹਾਂ। ਇੱਥੇ ਮੇਰੇ ਕੋਲੇ ਹਰ ਇੱਕ ਧਰਮ ਦੇ ਬੱਚੇ ਪੜ੍ਹਦੇ ਨੇ, ਪੜ੍ਹਾਉਂਦੇ ਨੇ, ਹਰ ਇੱਕ ਧਰਮ ਦੇ ਬੱਚੇ ਤੇ ਰੁਜ਼ਗਾਰ ਲਿਆ ਹੋਇਆ। ਤੁਸੀਂ ਸਾਹਮਣੇ ਮੇਰੀ ਰਿਸੈਪਸ਼ਨ ਤੇ ਜਾਓਗੇ, ਉੱਥੇ ਕਿਸੇ ਹੋਰ ਧਰਮ ਦੇ ਬੱਚੇ ਬੈਠੇ ਨੇ, ਪਰ ਉਹ ਮੇਰੇ ਨਾਲ 10-10 15-15 ਸਾਲ ਤੋਂ ਕੰਮ ਕਰ ਰਹੇ ਨੇ। ਸਾਡੀ ਕੋਈ ਇੱਥੇ ਹਾਰਡਲਾਈਨਰਸ਼ਿਪ ਦੀ ਜਾਂ ਧਰਮ ਦੀ ਲੜਾਈ ਨਹੀਂ ਹੈ। ਜੋ ਸੰਤਾਂ ਦੀ ਇਮੇਜ ਸੀ ਨਾ 1978 ਤੱਕ, ਉਹ ਬੜੀ ਪਿਆਰੀ ਤੇ ਸੋਹਣੀ ਇਮੇਜ ਸੀ। ਸੰਤਾਂ ਦੀ ਜ਼ਿੰਦਗੀ ਦੇ ਦੋ ਪਹਿਲੂ ਰਹੇ ਨੇ। ਪਹਿਲੇ ਪਹਿਲੂ ਦੇ ਵਿੱਚ ਉਹਨਾਂ ਨੂੰ ਇੱਕ ਬੜੇ ਧਰਮ ਗੁਰੂ ਦੇ ਤੌਰ ਤੇ ਲਿਆ ਜਾਂਦਾ ਸੀ। ਉਹਨਾਂ ਨੂੰ ਜਦੋਂ ਮੂਹਰੇ ਲਿਆਂਦਾ ਗਿਆ, ਉਦੋਂ ਵੀ ਇੱਕ ਧਰਮ ਗੁਰੂ ਦੇ ਤੌਰ ਤੇ ਮੂਹਰੇ ਲਿਆਂਦਾ ਗਿਆ। ਉਦੋਂ ਉਹਨਾਂ ਨੇ ਬਹੁਤ ਜ਼ਿਆਦਾ ਪਤਿਤਪੁਣਾ ਲੋਕਾਂ ਦਾ ਛੁਡਵਾ ਦਿੱਤਾ ਸੀ। ਉਹਦੇ ਵਿੱਚ ਉਹਨਾਂ ਨੇ ਬਹੁਤ ਲੋਕਾਂ ਨੂੰ ਅੰਮ੍ਰਿਤ ਸੰਚਾਰ ਵੱਲ ਤੋਰਿਆ ਸੀ, ਨਸ਼ੇ ਛਡਵਾਏ ਸੀ। ਨੌਜਵਾਨ ਮੁੰਡੇ ਆਮ ਘਰਾਂ 'ਚ ਹਰ ਥਾਂ ਤੇ ਦਸਤਾਰਾਂ ਸਜਾਉਣ ਲੱਗ ਗਏ ਸੀ ਸਿੱਖ ਧਰਮ ਦੇ, ਔਰ ਉਹਨਾਂ ਕੋਲੇ ਹੋਰ ਧਰਮਾਂ ਦੇ ਲੋਕ ਬੜੇ ਪ੍ਰੋਬਲਮਾਂ ਲੈ ਕੇ ਆਉਂਦੇ ਸੀ। ਇੱਕ ਉਹਨਾਂ ਦੀ ਬੜੀ ਗੱਲ ਫੇਮਸ ਹੋਈ ਸੀ ਕਿ ਉਹ ਹਿੰਦੂ ਧਰਮ ਦੇ ਕਿਸੇ ਲੜਕੀ ਨੂੰ ਕੋਈ ਲੈ ਗਿਆ ਸੀ ਤੇ ਉਹਨਾਂ ਨੇ ਛਡਵਾ ਕੇ ਦਿੱਤੀ ਸੀ। ਤਾਂ ਬਟ ਉਹ 1978 ਤੋਂ ਬਾਅਦ ਜਦੋਂ ਉਹਨਾਂ ਦੇ ਜੱਥੇ ਦੇ ਕੁਝ ਸਿੰਘ ਮਾਰ ਦਿੱਤੇ ਗਏ ਨਿਰੰਕਾਰੀਆਂ ਵੱਲੋਂ, ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਇੱਕ ਤਰ੍ਹਾਂ ਦਾ ਹਰਟ ਹੋ ਜਾਂਦਾ ਬੰਦਾ, ਜਾਂ ਉਸ ਤੋਂ ਬਾਅਦ ਉਹਨਾਂ ਦਾ ਪਹਿਲੂ ਜਾਂ ਜ਼ਿੰਦਗੀ ਬਦਲ ਗਈ। ਤਾਂ ਅਸੀਂ ਉਹਨਾਂ ਦੇ ਪਹਿਲੇ ਪਿਆਰ ਜੋ ਪਾਰਟ ਹੈ ਜ਼ਿੰਦਗੀ ਦਾ, ਉਹਦੀ ਵੀ ਬੜੀ ਇੱਜ਼ਤ ਕਰਦੇ ਹਾਂ, ਦੂਸਰੇ ਨੂੰ ਵੀ ਸਲਾਮ ਕਰਦੇ ਹਾਂ, ਔਰ ਅਸੀਂ ਸਾਰੇ ਧਰਮਾਂ ਦੀ ਇੱਜ਼ਤ ਕਰਦੇ ਹਾਂ। ਔਰ ਮੈਂ ਬੱਚਿਆਂ ਨੂੰ ਇੱਥੇ ਹਮੇਸ਼ਾ ਇਹ ਕਹਿਣਾ ਕਿ ਤੁਸੀਂ ਇਹ ਵਕਾਰ ਛੱਡੋ, ਆਪਦੇ ਪਤਤਪੁਣਾ ਛੱਡੋ। ਇਹ ਬਾਹਰਲੇ ਮੁਲਕ ਇੰਨੀ ਤਰੱਕੀ ਕਰ ਗਏ ਨੇ, ਕੈਨੇਡਾ, ਅਮਰੀਕਾ, ਉਹਨਾਂ ਕੋਲ ਅਰਬਾਂ ਖਰਬਾਂ ਡਾਲਰ, ਇੰਨੀ ਵੈਪਨ, ਇੰਨਾ ਕੁਛ ਹੈ। ਉਹ ਰੋਂਦੇ ਨੇ ਕਿ ਸਾਨੂੰ ਸੰਸਕਾਰ ਇੰਡੀਆ ਵਾਲੇ ਮਿਲ ਜਾਣ, ਕਿ ਸਾਡੇ ਬੱਚੇ ਇੰਨਾ ਕੁ ਜ਼ਿਆਦਾ ਖਰਾਬ ਹੋ ਗਏ ਨੇ। ਤੁਸੀਂ ਫਿਲਮਾਂ ਵੀ ਦੇਖੋ, ਉਹ ਬਾਹਰਲੇ ਬੱਚੇ ਕਿੱਦਾਂ ਬਿਹੇਵ ਕਰਦੇ ਆ ਆਪਦੇ ਪੇਰੈਂਟਸ ਨਾਲ, ਪੁਲਿਸ ਨੂੰ ਫੋਨ ਕਰ ਦਿੰਦੇ ਆ, ਚੱਕ ਕੇ ਲੈ ਜਾਂਦੇ ਨੇ। ਤਾਂ ਆਪਾਂ ਧਰਮ ਵੱਲ ਤੋਰਨ ਦਾ ਬੱਚਿਆਂ ਨੂੰ ਮਕਸਦ ਕੀ ਹੈ ਕਿ ਜੋ ਇਹ ਵੈਸਟਰਨਾਈਜੇਸ਼ਨ ਹਰ ਇੱਕ ਥਾਂ ਤੇ ਹੈਵੀ ਹੋ ਰਹੀ ਹੈ, ਆਪਣੇ ਖਾਣੇ ਪੀਣੇ ਤੋਂ ਲੈ ਕੇ, ਆਪਣੀਆਂ ਪੜ੍ਹਾਈਆਂ ਤੋਂ ਲੈ ਕੇ, ਦਵਾਈ ਬੂਟੀ, ਆਪਣੇ ਕੱਪੜੇ, ਜੀਨ, ਟੀ-ਸ਼ਰਟਾਂ, ਸਾਰਾ ਸੋਸ਼ਲ ਮੀਡੀਆ, ਮੈਕਡੀ, CCD, ਕੈਫੇ ਕਾਫੀ ਡੇ, ਜਿੰਨੀਆਂ ਫਿਲਮਾਂ ਦੇਖ ਲਓ, ਜਿੰਨੇ ਸਕੂਲ ਦੇਖ ਲਓ, ਉੱਧਰਲੇ ਸਿਲੇਬਸ, ਉੱਧਰਲਾ ਕਲਚਰ, ਉੱਧਰਲੇ ਧਰਮ। ਤਾਂ ਜੇ ਆਪਣੇ ਜੜ੍ਹਾਂ ਨਾਲ ਜੁੜੇ, ਦੂਜੇ ਧਰਮ ਦੀ ਇੱਜ਼ਤ ਕਰੋ, ਸਾਰੇ ਧਰਮਾਂ ਦੀ ਇੱਜ਼ਤ ਕਰੋ। ਕਿਸੇ ਧਰਮ ਦੇ ਅਸੀਂ ਖਿਲਾਫ ਨਹੀਂ ਹਾਂ, ਅਸੀਂ ਆਪਦੇ ਧਰਮ ਨੂੰ ਮੰਨਦੇ ਹਾਂ। ਅਸੀਂ ਉਹਦਾ ਇੱਕ ਤਰ੍ਹਾਂ ਦਾ ਪ੍ਰਮੋਸ਼ਨ, ਪ੍ਰਚਾਰ ਕਰਦੇ ਹਾਂ। ਅਸੀਂ ਆਪਦੇ ਧਰਮ ਦੇ ਬੱਚਿਆਂ ਨੂੰ ਪਿਆਰ ਵੀ ਕਰਦੇ ਹਾਂ, ਸਾਰੇ ਧਰਮ ਦੀ ਇੱਜ਼ਤ ਕਰਦੇ ਹਾਂ। ਉਹ ਸਾਰਿਆਂ ਨੂੰ ਉਹ ਚੀਜ਼, ਜੇ ਉਸ ਚੀਜ਼ ਵੱਲ ਆ ਜਾਣ, ਤਾਂ ਇਹ ਜੋ ਧਰਮਾਂ ਦੇ ਬੇਸ 'ਤੇ ਇੰਨੀ ਕਤਲੋ ਗਾਰਤ, ਇੰਨੀ ਜ਼ਿਆਦਾ ਨਫ਼ਰਤ, ਇੰਨਾ ਜ਼ਿਆਦਾ ਦੁਨੀਆ ਦਾ ਅਤੇ ਖਾਸ ਕਰਕੇ ਆਪਣੇ ਮੁਲਕ ਦਾ ਨੁਕਸਾਨ ਹੋਇਆ, ਉਹ ਬਹੁਤ ਜ਼ਿਆਦਾ ਰੁਕੇਗਾ। ਬੱਚੇ ਧਰਮ ਵੱਲ ਜਾਣਗੇ ਤਾਂ ਉਹ ਪਤਤਪੁਣੇ ਤੋਂ ਦੂਰ ਹੋਣਗੇ। ਮਾਂ-ਬਾਪ ਜੇ ਮੰਦਰ ਗੁਰਦੁਆਰੇ ਜਾਏਗਾ ਤਾਂ ਹੀ ਬੱਚੇ ਨੂੰ ਕਹੇਗਾ। ਜੇ ਮਾਂ-ਬਾਪ ਰੋਜ਼ ਸ਼ਾਮ ਨੂੰ TV ਦੇਖ ਰਿਹਾ, ਦਾਰੂਆਂ ਪੀ ਰਿਹਾ, ਮੁਰਗਾ ਖਾ ਰਿਹਾ, ਉਹ ਤੁਸੀਂ ਕਿਸ ਤਰ੍ਹਾਂ ਕਹਿ ਦੋਗੇ ਸਵੇਰੇ ਉੱਠ ਕੇ ਬੱਚੇ ਨੂੰ ਵੀ ਬੇਟਾ ਅੱਜ ਤੁਸੀਂ ਗੁਰਦੁਆਰੇ ਜਾਇਓ? ਤਾਂ ਇਸ ਕਰਕੇ ਆਪਣੇ ਘਰ ਤੋਂ ਹੀ ਸਾਰਾ ਕੁਝ ਸ਼ੁਰੂ ਹੋਣਾ। ਉਹ ਮੈਂ ਆਪਣੇ ਆਪ ਨੂੰ ਪਹਿਲਾਂ ਉਸ ਚੀਜ਼ ਵੱਲ ਢਾਲਿਆ, ਤਾਂ ਹੀ ਮੈਂ ਦੂਸਰੇ ਬੱਚਿਆਂ ਨੂੰ ਕਹਿਣਾ ਕਿ ਬੇਟਾ ਆਪਣੇ ਆਪਣੇ ਧਰਮ ਦੀ ਇੱਜ਼ਤ ਕਰੋ। ਉਸ ਦੇ ਨਾਲ ਕੀ ਹੈ ਕਿ ਇੱਕ ਸਕੂਲ ਹੈ, ਸੰਸਥਾ ਹੈ, ਇਹ 16 ਸਾਲ ਤੋਂ ਚੱਲ ਰਹੀ ਹੈ, ਔਰ ਉਹ ਕੋਈ ਵੀ ਬੰਦਾ ਜੇ ਕੋਈ ਨਫ਼ਰਤ ਬਹੁਤ ਜ਼ਿਆਦਾ ਉਸ ਚੀਜ਼ ਦੀ ਗੱਲ ਕਰਦਾ ਹੋਵੇ ਤਾਂ ਉਹ 16 ਸਾਲ ਨਹੀਂ ਚਲਾ ਸਕਦਾ ਉਸ ਸੰਸਥਾ ਨੂੰ। ਤਾਂ ਇਸ ਕਰਕੇ ਇਹਨਾਂ ਪਹਿਲੂਆਂ ਨੂੰ ਥੋੜ੍ਹਾ ਜਿਹਾ ਸੈਂਸਿਟਿਵਲੀ ਸੋਚਣ ਦੀ ਲੋੜ ਹੁੰਦੀ ਹੈ ਕਿ ਆਪਾਂ ਬੱਚੇ ਨੂੰ ਕਿੱਧਰ ਨੂੰ ਲੈ ਕੇ ਜਾਣਾ। ਆਪਣੀ ਦੁਨੀਆ ਦਾ ਭਵਿੱਖ ਸਾਰਾ ਬੱਚਿਆਂ 'ਤੇ ਖੜ੍ਹਾ ਹੈ, ਤਾਂ ਉਹ ਬੱਚਿਆਂ ਨੂੰ ਉਸ ਵੱਲ ਮੋੜਨਾ ਬੜਾ ਜ਼ਰੂਰੀ ਹੈ ਕਿ ਉਹਨਾਂ ਦੇ ਅੰਦਰ ਤਾਂ ਆਪਾਂ ਸਾਰਾ ਦਿਨ ਨੈਗੇਟਿਵਿਟੀ, ਕ੍ਰਾਈਮ, ਫੋਟੋਆਂ, ਗੰਦੀਆਂ ਫਿਲਮਾਂ, YouTube, ਸਭ ਕੁਝ ਗਲਤ ਪਾਈ ਜਾਂਦੇ ਆ, ਔਰ ਐਕਸਪੈਕਟ ਆਪਾਂ ਕਰਦੇ ਹਾਂ ਕਿ ਬੱਚੇ ਸੁਧਰ ਨਹੀਂ ਰਹੇ, ਬੱਚੇ ਵਿਗੜ ਗਏ। ਤਾਂ ਜੋ ਬੱਚੇ ਨੂੰ ਖਵਾਵਾਂਗੇ ਉੱਦਾਂ ਦੀ એનર્ਜੀ ਬੱਚੇ ਦੇ ਅੰਦਰ ਜਾਏਗੀ। ਉਹਨਾਂ ਨੂੰ ਚੰਗੀਆਂ ਚੀਜ਼ਾਂ ਦਿਓ, ਉਹਨਾਂ ਨੂੰ ਚਰਚ, ਮੰਦਰ, ਗੁਰਦੁਆਰੇ, ਜਿਸ ਚੀਜ਼ ਨੂੰ ਤੁਸੀਂ ਮੰਨਦੇ ਹੋ, ਮਸਜਿਦ ਨੂੰ, ਉੱਥੇ ਲੈ ਕੇ ਜਾਇਆ ਕਰੋ। ਆਪ ਵੀ ਜਾਓ, ਬੱਚਿਆਂ ਦੇ ਅੰਦਰ ਚੰਗੀ ਚੀਜ਼ ਜਾਏਗੀ ਤਾਂ ਚੰਗੀ ਆਪਾਂ ਉਹਨਾਂ ਤੋਂ ਐਕਸਪੈਕਟੇਸ਼ਨ ਕਰ ਸਕਦੇ। ਜੀ, ਹੁਣ ਜਾਂਦੇ ਜਾਂਦੇ ਇਹ ਵੀ ਦੱਸ ਦਿਓ ਕਿ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਤੁਹਾਡੀ ਦੀਪ ਸਿੱਧੂ ਸਾਹਿਬ ਦੇ, ਮਰਹੂਮ ਦੀਪ ਸਿੱਧੂ ਸਾਹਿਬ ਦੇ ਬ੍ਰਦਰ ਦੇ ਨਾਲ ਤਸਵੀਰ ਇੱਕ ਵਾਇਰਲ ਹੁੰਦੀ ਹੈ, ਅਤੇ ਨਾਲ ਸਾਨੂੰ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਖਾਲਸਾ ਵਹੀਰ ਵੀ ਯਾਦ ਆ ਜਾਂਦੀ ਹੈ, ਤੁਹਾਡੀ ਤਸਵੀਰ ਵੀ ਨਜ਼ਰ ਆਉਣ ਲੱਗ ਜਾਂਦੀ ਹੈ। ਵਾਰਿਸ ਪੰਜਾਬ ਦੀ ਜਥੇਬੰਦੀ ਨਾਲ ਤੁਹਾਡਾ ਸਿੱਧਾ ਸੰਬੰਧ ਵੀ ਹੈਗਾ। ਹੁਣ ਖਾਲਸਾ ਵਹੀਰ ਸ਼ੁਰੂ ਤਾਂ ਪਤਾ ਨਹੀਂ ਕਦੋਂ ਹੋਵੇਗੀ, ਕੌਣ ਕਰੇਗਾ, ਇਹਦੇ ਬਾਰੇ ਵੀ ਤੁਹਾਡੇ ਤੋਂ ਵਿਚਾਰ ਲੈਣੇ ਆ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਗੁਰਬਾਣੀ ਪ੍ਰਸਾਰਨ ਜਿਹੇ ਮੁੱਦੇ ਦੇ ਵਿੱਚ ਹਜੇ ਆਪਣੇ ਆਪ ਨੂੰ ਦੋ ਚਾਰ ਕਰ ਰਹੀ ਹੈ। ਕੀ ਹੋਏਗਾ? ਖਾਲਸਾ ਵਹੀਰ ਤੇ ਵਾਰਿਸ ਪੰਜਾਬ ਦੇ ਜਥੇਬੰਦੀ ਲਈ ਤੁਹਾਡੇ ਉਪਰਾਲੇ ਕਿਹੋ ਜਿਹੇ ਚੱਲ ਰਹੇ ਆ? ਅੰਮ੍ਰਿਤਪਾਲ ਹੋਰਾਂ ਦੀ ਕੀ ਖਬਰਸਾਰ ਆ ਤੁਹਾਡੇ ਵੱਲੋਂ? ਸਰ ਦੇਖੋ,
ਪਹਿਲੀ ਗੱਲ ਤਾਂ ਦੀਪ ਸਿੱਧੂ ਦੇ ਬ੍ਰਦਰ ਦੀ ਤੁਸੀਂ ਪੁੱਛੀ। ਦੀਪ ਸਿੱਧੂ ਦੇ ਬ੍ਰਦਰ ਮੈਨੂੰ ਮਿਲਣ ਆਏ ਸੀਗੇ। ਉਹ ਬੜੇ ਖੁਸ਼ ਸੀ ਕਿ ਉਹਨਾਂ ਦੇ ਬ੍ਰਦਰ ਨੂੰ, ਮਤਲਬ ਜੋ ਦੀਪ ਸਿੱਧੂ ਜੀ ਆ, ਉਹਨਾਂ ਨੂੰ ਮੈਂ ਜਾਣਦਾ ਜਾਂ ਐਡਮਾਇਰ ਕਰਦਾ, ਔਰ ਉਹ ਇੱਕ ਫਿਲਮੀ ਸਟਾਰ ਵੀ ਸੀਗੇ, ਕਿਉਂਕਿ ਉਹਨਾਂ ਦੀ ਬੜੀਆਂ ਫਿਲਮਾਂ ਜੋਰਾ 10 ਨੰਬਰੀ ਹਿੱਟ ਹੋਈਆਂ ਸੀ। ਉਹ ਬੜਾ ਯੂਥ ਦੇਖਿਆ ਸੀ ਉਸਨੂੰ, ਉਸ ਦਾ ਪਾਰਟ 2 ਵੀ ਆਇਆ ਸੀ। ਤਾਂ ਉਹਨਾਂ ਨੂੰ ਪਤਾ ਸੀ ਵੀ ਮੈਂ ਦਸਤਾਰਾਂ ਦਾ ਲੰਗਰ ਲਗਾਇਆ ਸੀ 15 ਫਰਵਰੀ ਨੂੰ ਦੀਪ ਸਿੱਧੂ ਦੇ ਸ਼ਹੀਦੀ ਦਿਵਸ 'ਤੇ। ਇਸ ਕਰਕੇ ਵੀ ਉਹਨਾਂ ਦਾ ਵੀ ਥੋੜ੍ਹਾ ਇੰਟਰਸਟ ਸੀਗਾ ਮੈਨੂੰ ਮਿਲਣ ਦੇ ਵਿੱਚ, ਤਾਂ ਇਸ ਕਰਕੇ ਉਹ ਮਿਲ ਕੇ ਗਏ। ਮੇਰੇ ਨਾਲ ਕਾਫੀ ਸਮਾਂ ਉਹਨਾਂ ਨੇ ਬਤੀਤ ਕੀਤਾ। ਜਾਣ ਲੱਗੇ ਮੈਂ ਉਹਨਾਂ ਨੂੰ ਸਰੋਪਾ ਭੇਟ ਕੀਤਾ, ਔਰ ਕਾਫੀ ਵਧੀਆ ਸਾਡੀ ਗੱਲਬਾਤ ਹੋਈ ਔਰ ਨੰਬਰ ਸ਼ੇਅਰ ਹੋਏ। ਤਾਂ ਉਹਨਾਂ ਦੇ ਆਉਣ ਦਾ ਮਕਸਦ ਤਾਂ ਇਹ ਸੀ ਕਿ ਮੈਂ ਦੀਪ ਸਿੱਧੂ ਨੂੰ ਮੰਨਦਾ, ਤਾਂ ਉਹਨਾਂ ਨੂੰ ਕਈ ਬੰਦਿਆਂ ਨੇ ਜਾਂ ਉਹਨਾਂ ਨੇ ਖੁਦ ਸੋਸ਼ਲ ਮੀਡੀਆ 'ਤੇ ਦੇਖਿਆ ਹੋਣਾ ਕਿ ਤੁਹਾਡੇ ਬ੍ਰਦਰ ਦੇ ਵਾਸਤੇ ਇਹਨਾਂ ਨੇ ਉਹਨਾਂ ਨੂੰ 15 ਫਰਵਰੀ 'ਤੇ ਯਾਦ ਕਰਦੇ ਹੋਏ, ਔਰ 2 ਅਪ੍ਰੈਲ ਨੂੰ ਉਹਨਾਂ ਦਾ ਮੈਂ ਜਨਮ ਦਿਨ ਵੀ ਮਨਾਇਆ ਸੀ, ਉਦੋਂ ਲੰਗਰ ਲਗਾਇਆ ਸੀ ਦੀਪ ਸਿੱਧੂ ਜੀ ਦਾ। ਤਾਂ ਉਹ ਚੀਜ਼ਾਂ ਟਰੈਵਲ ਕਰਦੀਆਂ ਸੋਸ਼ਲ ਮੀਡੀਆ 'ਤੇ। ਦੂਸਰੀ ਗੱਲ ਹੈ ਜੀ, ਅੰਮ੍ਰਿਤਪਾਲ ਭਾਈ ਸਾਹਿਬ ਦੇ ਮਾਤਾ ਪਿਤਾ ਜੀ ਬਿਲਕੁਲ ਠੀਕ ਨੇ, ਕਿਉਂਕਿ ਮੈਂ 14 ਜੂਨ ਨੂੰ ਹੇਮਕੁੰਟ ਸਾਹਿਬ ਯਾਤਰਾ ਕਰਕੇ ਆਇਆ, ਪੈਦਲ ਯਾਤਰਾ ਕੀਤੀ ਸੀ। ਉੱਥੋਂ ਮੈਂ ਸਾਰੀ ਸਿੱਖ ਕੌਮ ਵਾਸਤੇ, ਆਪਣੇ ਬੱਚਿਆਂ ਵਾਸਤੇ, ਤੁਹਾਡੇ ਬੱਚਿਆਂ ਵਾਸਤੇ, ਅੰਮ੍ਰਿਤਪਾਲ ਜੀ ਵਾਸਤੇ, ਵਾਰਿਸ ਪੰਜਾਬ ਦੀ ਜਥੇਬੰਦੀ ਵਾਸਤੇ ਸੁੱਖ ਅਰਦਾਸ ਬੇਨਤੀ ਕੀਤੀ ਸੀ ਗੁਰੂ ਅੱਗੇ, ਔਰ ਉਹਦੇ ਵਾਸਤੇ ਅਸੀਂ ਪ੍ਰਸ਼ਾਦ ਲੈ ਕੇ ਆਏ ਸੀ, ਜੋ ਕਿ ਮੈਂ ਉਹਨਾਂ ਦੇ ਮਾਤਾ ਪਿਤਾ ਨੂੰ ਉੱਥੇ ਜੱਲੂਪੁਰ ਉਹਨਾਂ ਦੇ ਪਿੰਡ ਜਾ ਕੇ ਦੇਖ ਕੇ ਆਇਆ। ਇੱਥੇ ਮੋਗੇ ਵਹੀਰ ਆਈ ਸੀ ਹੁਣ ਪਿੱਛੇ ਜੇ ਰੋਡੇ ਪਿੰਡ, ਉੱਥੇ ਵੀ ਮੈਂ ਉਹਨਾਂ ਨੂੰ ਮਿਲਿਆ ਸੀ। ਔਰ ਜੋ ਵਹੀਰ ਦਾ ਹੈ ਉਹ ਗਿਆਨੀ ਰਾਮ ਸਿੰਘ ਜੀ ਚਲਾ ਰਹੇ ਨੇ, ਉਹ ਅਗਲਾ ਪੜਾਅ ਹੁਣ 13 ਸਤੰਬਰ ਨੂੰ ਹੈ ਜੀ। ਤਾਂ ਉਸ ਦੀ ਜਾਣਕਾਰੀ ਵੀ ਹਜੇ ਉਸ 'ਚ ਕਾਫੀ ਟਾਈਮ ਹੈ, ਤੁਹਾਨੂੰ ਅੱਗੇ ਸੋਸ਼ਲ ਮੀਡੀਆ 'ਤੇ ਮਿਲ ਜਾਏਗਾ। ਔਰ ਜੋ ਭਾਈ ਸਾਹਿਬ ਨੇ, ਅੰਮ੍ਰਿਤਪਾਲ ਜੀ ਨੇ, ਉਹ ਬਿਲਕੁਲ ਚੜ੍ਹਦੀ ਕਲਾ 'ਚ ਨੇ ਜੀ, ਔਰ ਬਹੁਤ ਵਧੀਆ ਨੇ, ਉਹ ਸਿਹਤਯਾਬ ਨੇ, ਔਰ ਉਹ ਚੰਗੀ, ਮਤਲਬ ਉਹਨਾਂ ਦੀ ਜੋ ਹੁਣ ਜਿਵੇਂ ਮੈਂ ਉਹਨਾਂ ਦੇ ਮਾਤਾ ਜੀ ਕੋਲ ਇੱਕ ਵਾਰੀ ਗਿਆ ਸੀ, ਉਹ ਦੱਸਦੇ ਵੀ ਸੀ ਉਹ ਜਿੰਮ ਵਗੈਰਾ ਲਗਾਉਂਦੇ ਨੇ, ਤਾਂ ਕੋਈ ਸਮੱਸਿਆ ਨਹੀਂ ਹੈ, ਸਭ ਕੁਝ ਠੀਕ ਹੈ ਜੀ। ਔਰ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਵੀ ਬਹੁਤ ਬਹੁਤ ਵਧੀਆ ਰੱਖੇ, ਸਿਹਤਯਾਬ ਰੱਖੇ, ਤੁਹਾਨੂੰ ਸਾਰਿਆਂ ਨੂੰ ਵੀ ਠੀਕ ਰੱਖੇ। ਔਰ ਮੈਂ ਕਾਮਨਾ ਕਰਦਾ ਹਾਂ ਕਿ ਭਾਈ ਸਾਹਿਬ ਜੋ ਵੀ ਇਹ ਕਾਨੂੰਨੀ ਤੌਰ 'ਤੇ ਕਿਸੇ ਮੁਸੀਬਤ 'ਚ ਜਾਂ ਕਿਸੇ ਚੀਜ਼ 'ਚ ਜਾਂ ਪਛੜਨ ਪਈ ਹੈ, ਅਤੇ ਇਹ 'ਚੋਂ ਛੇਤੀ ਬਾਹਰ ਆਉਣ। ਸਾਡੀ ਗੁਰੂ ਅੱਗੇ ਅਰਦਾਸ ਹੈ ਸਾਰੇ ਬੰਦੇ ਹੀ ਬਾਹਰ ਆਉਣ, ਤਾਂ ਕਿ ਅਸੀਂ ਆ ਕੇ ਦੁਬਾਰਾ ਉਹ ਵਹੀਰ ਉਸ ਲੈਵਲ 'ਤੇ ਉਹ ਧਰਮ ਦੇ ਪ੍ਰਚਾਰ ਨੂੰ ਜਾਂ ਉਹ ਅੰਮ੍ਰਿਤ ਸੰਚਾਰ ਨੂੰ ਜਾਂ ਨਸ਼ਾ ਛਡਾਊ, ਜਿਵੇਂ ਦੁਬਾਰੇ ਮੈਂ ਸੁਣਿਆ ਸੀ ਕਈ ਬੰਦੇ ਜਿਹੜੇ ਉੱਥੋਂ ਗਏ ਵਿਚਾਰੇ ਦੁਬਾਰੇ ਨਸ਼ਿਆਂ 'ਤੇ ਲੱਗ ਗਏ। ਕੁਛ ਤਾਂ ਉਹਨਾਂ ਦਾ ਦਿਲ ਟੁੱਟ ਗਿਆ ਕਿ ਭਾਈ ਸਾਹਿਬ ਨਾਲ ਆ ਕੁਛ ਹੋ ਗਿਆ, ਕੁਛ ਜਦੋਂ ਉਹਨਾਂ ਦੀ ਦੇਖ ਰੇਖ ਕਰਨ ਵਾਲਾ ਨਹੀਂ ਰਿਹਾ, ਤਾਂ ਉਹਦੇ ਨਾਲ ਨੁਕਸਾਨ ਬਹੁਤ ਹੋਇਆ ਹਰ ਪੱਖੋਂ ਜੀ। ਰੁਪਿੰਦਰ ਸਿੰਘ ਖਾਲਸਾ ਜੀ ਵਿਦਿਅਕ ਤੇ ਧਾਰਮਿਕ ਪੱਖ ਤੋਂ ਇੱਕ ਖਾਲਸ ਸੁਮੇਲ ਨੇ, ਤੇ ਅਸੀਂ ਵੀ ਵਿਦਿਆਰਥੀਆਂ ਨੂੰ ਇਹੋ ਜਾਂਦੇ ਜਾਂਦੇ ਉਹਨਾਂ ਦੇ ਪਰਿਵਾਰ ਨੂੰ ਚਰਨਾਂ 'ਚ ਬੇਨਤੀ ਕਰਾਂਗੇ ਕਿ ਅਸਲੀ ਨਕਲੀ ਦਾ ਜਿਹੜਾ ਫਰਕ ਹੈਗਾ ਉਹ ਬਿਲਕੁਲ ਤੁਸੀਂ ਵੈਬਸਾਈਟ ਦੇ ਉੱਪਰ ਜਾ ਕੇ, ਡਿਪਟੀ ਕਮਿਸ਼ਨਰ ਕੋਲ ਸਾਰੀ ਜਿਹੜੀ ਹੈਗੀ ਹੈ ਡਿਟੇਲ ਉਹਨਾਂ ਦੀ ਵੈਬਸਾਈਟ 'ਤੇ ਹੁੰਦੀ ਹੈ, ਉੱਥੋਂ ਤੁਸੀਂ ਆਈਲੈਟਸ PT ਸੈਂਟਰ ਜਿਹੜਾ ਹੈਗਾ ਉਹ ਅਸਲੀ ਨਕਲੀ ਦੀ ਪਛਾਣ ਕਰਾਉਂਦਾ ਹੈ, ਉੱਥੇ ਉਹਨਾਂ ਕੋਲ ਦਰਜ ਹੁੰਦਾ ਹੈ। ਬਿਲਕੁਲ ਇਸ ਠੱਗੀ ਤੋਂ, ਨਕਲੀ ਸੈਂਟਰਾਂ ਤੋਂ ਬਚੋ। ਆਪਦੇ ਬੱਚਿਆਂ ਨੂੰ ਉਸੇ ਸੈਂਟਰ ਨਾਲ, ਉਸੇ ਅਦਾਰੇ ਨਾਲ ਜੋੜੋ ਜਿੱਥੇ ਰੁਪਿੰਦਰ ਸਿੰਘ ਖਾਲਸਾ ਵਰਗੇ ਖਾਲਸ ਤੇ ਧਾਰਮਿਕ ਤੇ ਵਿਦਿਅਕ ਖਾਲਸ ਸੁਮੇਲ ਦੇ ਸ਼ਖਸ ਬੈਠੇ ਹੋਣ, ਜਿਨ੍ਹਾਂ ਦੇ ਹੱਥਾਂ ਦੇ ਵਿੱਚ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਤੇ ਸੁਪਨੇ ਮਹਿਫੂਜ਼ ਰਹਿੰਦੇ ਨੇ। ਰੇਡੀਓ ਪੰਜਾਬ ਟੂਡੇ ਲਈ ਕੈਮਰਾਮੈਨ ਰਾਮ ਸਿੰਘ ਗਿੱਲ ਹੋਰਾਂ ਦੇ ਨਾਲ ਮੈਂ ਦਲਬੀਰ ਸਿੰਘ ਬਰਾੜ ਚਾਹੁੰਦਾ ਆ ਗਿਆ। ਫਿਰ ਕਿਸੇ ਦਿਨ ਕਿਸੇ ਹੋਰ ਐਪੀਸੋਡ ਦੇ ਵਿੱਚ ਚਰਚਿਤ ਸ਼ਖਸੀਅਤ ਨਾਲ ਤੁਹਾਡੀ ਕਰਾਵਾਂਗੇ ਮੁਲਾਕਾਤ। ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦੇ ਨਾਲ। ਰੱਬ ਰੱਖਾ।